संत पवित्र आशा जी की वार के शब्द कीर्तन सरवण कर रहे सी। आओ मन बिरतियाँ गुरु चरणों नाल जोड़ते हुए गुरु चरणों विखे लवाइए हाजरियाँ। गुरु का बख्शिया फतेह का नारा करिए बुलंद फरंत बाणी के विचार नाल जुड़ना करांगे। गज के आखिए जी वाहिगुरु जी का खालसा वाहिगुरु जी की फतेह। इस काया अंदर वसते असंखा गुरमुख साच मिलै तां वेखां। नौ दरवाजे दसवें मुक्ता अनहद शब्द वजावनिया। नौ दरवाजे दसवें मुक्ता अनहद शब्द वजावनिया। वाहिगुरु ये पवित्र शब्द तीसरे पातशाह साहब श्री गुरु अमरदास महाराज जी के उच्चारण किए हुए बचन जो आप जी ने सरवण किए। पिछले पदियां दी विचार कल सरवण कर रहे सी कि उस परिपूर्ण परमेश्वर परमात्मा नूं किवें प्राप्त किया जा सकता है। धन धन श्री गुरु अमरदास महाराज जी दस रहे सी कर्म होवे सतगुरु मिलाए सेवा सुरत शब्द चित लाए। जदों जीव दे वड्डे भाग हुंदे है चंगे कर्म हुंदे है तां किते गुरु मिलदा। परमेश्वर की किरपा दे नाल जीव दे कर्मां दे नाल रब दे प्यारियां दी संगत हुंदी आ। पूरब कर्म अंकुर जा प्रगटे भेटियो पुरख रसक बैरागी। जदों पूरबले भाग जागदे हन तां रब दे रसियां दी संगत हुंदी आ। रब दे प्यारियां दी संगत हुंदी आ। फिर रब दे प्यारे सानू शब्द सुरत दे मिलाप दा ढंग दसदे जुगत वरताउंदे आ कि किस तरह असीं अपनी सुरत नूं शब्द नाल जोड़ के अपने अंदरों खोज करनी आ। तन मन खोजै तां नाउ पाए। तन की खोज करके विचों मन नूं फड़ना ते मन दे विच वड़ के नाम नूं जपना। इस तरह जिमें जिमें जीव उस परिपूर्ण परमेश्वर परमात्मा के नाम नाल जुड़दा जांदा है तिवें तिवें उस घर वाल तुरिया जांदा। रस्ता गुरु नूं पुछना पैंदा है, भाव गुरु वाले बनना बड़ा जरूरी है। सतगुरु अमरदास जी की यह हड्डबीती है जिन्हां ने 60-65 साल की उम्र में जाके सोझी आई तो गुरु वाले बने। तो सतगुरु पातशाह फिर सानू भी ज्ञान देन लगे। गुरु वाले बने फिर गुरु भी बने साडा मार्गदर्शन करते हैं। हुण जद उन्होंने अपने अंदर जाना किया तो अंदरों की कुछ देखिया वो सानू दसना किया। की देखिया? इस काया अंदर वस्त असंखां। इस शरीर दे विच अणगिणती वस्तुआं हन। हथ कंगन नूं आरसी की भाव प्रतख विच आपां जो वेखदे हाँ सूई तो लैके सलाई तक
ਭਾਵ ਸੂਈ ਤੋਂ ਲੈ ਕੇ ਅੱਜ ਦੇ ਕੰਪਿਊਟਰ ਯੁੱਗ ਤੱਕ ਜੋ ਕੁਝ ਨਿਕਲਿਆ ਕਿੱਥੋਂ ਨਿਕਲਿਆ? ਮਨੁੱਖ ਦੇ ਦਿਮਾਗ 'ਚੋਂ, ਮਨੁੱਖ ਦੇ ਸਰੀਰ 'ਚੋਂ। ਤੇ ਰੱਖਿਆ ਕਿਹਨੇ? ਪਰਮੇਸ਼ਰ ਨੇ। ਤੇ ਹਜੇ ਹੋਰ ਨਿਕਲ ਰਿਹਾ, ਕੋਈ ਅੰਤ ਨਹੀਂ ਹੈ। ਅਸੰਖਾਂ ਇਸੇ ਕਰਕੇ ਕਹਿ ਦਿੱਤਾ ਅਣਗਿਣਤ। ਸੰਖ ਤੇ ਜਾ ਕੇ ਜਿਹੜੀ ਹੈ ਗਿਣਤੀ ਖਤਮ ਹੋ ਜਾਂਦੀ ਹੈ। ਅਸੀਂ ਤਾਂ ਅਰਬਾਂ ਖਰਬਾਂ ਤੱਕ ਹੀ ਜਾਣਦੇ ਹਾਂ। ਵੈਸੇ ਗਿਣਤੀ ਹੈ ਅਰਬ, ਖਰਬ, ਨੀਲ, ਪਦਮ ਤੇ ਸੱਸੇ ਟਿੱਪੀ ਸੰਖ। ਤੇ ਗੁਰੂ ਸਾਹਿਬ ਨੇ ਗਿਣਤੀ ਤੋਂ ਬਾਹਰ ਦੀ ਗੱਲ ਕਰਨੀ ਸੀ, ਇਸ ਕਰਕੇ ਸੰਖ ਦੇ ਮੂਹਰੇ ਆੜਾ ਲਾਤਾ ਵੀ ਸੰਖਾਂ ਤੋਂ ਵੀ ਜ਼ਿਆਦੇ, ਅਸੰਖਾਂ, ਅਣਗਿਣਤ। ਸਾਡੇ ਸਰੀਰ ਦੇ ਅੰਦਰ ਅਣਗਿਣਤ ਹੀ ਵਸਤੂਆਂ ਹਨ। ਜਿਹੜੇ ਜਿਹੜੇ ਸ਼ਬਦ ਸੁਰਤ ਨਾਲ ਜੋੜਦੇ ਆ ਉਹ ਆਪਣੇ ਅੰਦਰੋਂ ਉਹਨਾਂ ਵਸਤੂਆਂ ਨੂੰ ਕੱਢ ਲੈਂਦੇ ਆ। ਸਾਇੰਸਦਾਨ ਵੀ ਧਿਆਨ ਜੋੜਦੇ ਆ। ਜਦੋਂ ਕੋਈ ਨਵੀਂ ਚੀਜ਼ ਬਣਾਉਂਦੇ ਆ ਉਹ ਬਹੁਤ ਧਿਆਨ ਲਾਉਂਦੇ ਆ, ਆਪਣਾ ਪੂਰੀ ਸੁਰਤ ਉਸੇ ਕੰਮ 'ਤੇ ਲਾ ਦਿੰਦੇ ਆ। ਅਤੇ ਉਹਦੇ ਵਿੱਚੋਂ ਲੋੜ ਕਾਢ ਦੀ ਮਾਂ ਹੈ। ਜਿਵੇਂ ਜਿਵੇਂ ਬੰਦਿਆਂ ਨੂੰ ਲੋੜਾਂ ਪੈਂਦੀਆਂ ਤਿਵੇਂ ਤਿਵੇਂ ਕਾਢਾਂ ਨਿਕਲਦੀਆਂ। ਔਰ ਕਿਸੇ ਵੇਲੇ ਇਹ ਮਨੁੱਖ ਜੰਗਲਾਂ 'ਚ ਰਹਿੰਦਾ ਸੀ, ਪਸ਼ੂਆਂ ਦੀ ਨਿਆਈ ਝੁੰਡਾਂ 'ਚ। ਜਿਵੇਂ ਜਿਵੇਂ ਇਹਦਾ ਦਿਮਾਗ ਵਿਕਸਿਤ ਹੋਇਆ, ਇਹਨੂੰ ਲੋੜਾਂ ਫੀਲ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਜਿਵੇਂ ਸ਼ੁਰੂ 'ਚ ਇਹ ਜੰਗਲੀ ਜਾਨਵਰਾਂ ਤੋਂ ਡਰਦਾ ਸੀ ਅਤੇ ਸ਼ਸਤਰ ਦੀ ਲੋੜ ਪਈ। ਅਤੇ ਸ਼ਸਤਰ ਹੁਣ ਕਿਹੜਾ ਲੱਭੇ? ਅਤੇ ਇਸ ਨੇ ਉਸ ਵੇਲੇ ਮਰੇ ਪਸ਼ੂਆਂ ਦੀਆਂ ਪਸਲੀਆਂ ਹੀ ਤੋੜ ਲਈਆਂ, ਕਿਰਪਾਨ ਵਾਂਗੂ ਵਰਤੀਆਂ। ਫਿਰ ਤੀਰ ਬਣਾ ਲਿਆ, ਕਮਾਨ ਬਣਾ ਲਿਆ। ਫਿਰ ਅੱਗੇ ਚੱਲ ਕੇ ਹੌਲੀ ਹੌਲੀ ਮਨੁੱਖ ਜਿਹੜਾ ਹੈ ਅੱਜ ਦੇ ਰੂਪ 'ਚ ਆ ਗਿਆ। ਫਿਰ ਇਸ ਨੇ ਪਹੀਆ ਬਣਾਇਆ, ਪਹੀਏ ਦੇ ਨਾਲ ਆਪਣੀ ਰਫ਼ਤਾਰ ਤੇਜ਼ ਕੀਤੀ। ਉਸ ਪਹੀਏ ਨੂੰ ਅੱਗੇ ਜਾ ਕੇ ਜੋੜ ਕੇ ਜੁਗਾੜ ਕਰਕੇ ਉਸ ਦੇ ਉੱਤੇ ਜਿਵੇਂ ਸਾਈਕਲ ਬਣਿਆ ਸਭ ਤੋਂ ਪਹਿਲਾਂ। ਆਹ ਸਾਈਕਲ ਤਾਂ ਬਾਅਦ 'ਚ ਬਣਿਆ, ਪਹਿਲਾਂ ਲੱਕੜ ਦਾ ਪਹੀਆ ਬਣਾ ਕੇ ਤਿਆਰ ਕੀਤਾ ਗਿਆ। ਫਿਰ ਉਸ ਤੋਂ ਬਾਅਦ ਗੱਡੇ ਬਣੇ, ਰੱਥ ਬਣੇ। ਹੋਰ ਤੇਜ਼ ਹੋਈ ਰਫ਼ਤਾਰ ਇਹਦੀ। ਰੱਥ ਨਾਲ ਘੋੜੇ ਜੁੜਦੇ ਆ ਅਤੇ ਰੱਥ ਗੱਡਿਆਂ ਤੋਂ ਤੇਜ਼ ਭੱਜਦਾ ਬਲਦਾਂ ਨਾਲੋਂ। ਫਿਰ ਅੱਗੇ ਚੱਲ ਕੇ ਇਹਨੇ ਹੋਰ ਆਪਣੀ ਰਫ਼ਤਾਰ ਤੇਜ਼ ਕਰਨੀ ਚਾਹੀਦੀ ਆ। ਗੱਡੀਆਂ, ਮੋਟਰਾਂ, ਮੋਟਰਸਾਈਕਲ ਆਦਿ ਹੌਲੀ ਹੌਲੀ ਇਹ ਹੋਂਦ ਵਿੱਚ ਆ ਗਏ। ਇੱਥੇ ਵੀ ਮਨੁੱਖ ਰੁਕਿਆ ਨਹੀਂ, ਕਹਿੰਦਾ ਹੋਰ ਤੇਜ਼ ਹੋਵਾਂ। ਅਤੇ ਪੰਛੀ ਨੂੰ ਦੇਖਿਆ, ਪੰਛੀ ਦੀ ਨਕਲ ਕਰਕੇ ਮਨੁੱਖ ਨੇ ਹਵਾਈ ਜਹਾਜ਼ ਤਿਆਰ ਕਰ ਲਿਆ। ਪੰਛੀ ਇੱਦੋਂ ਵੀ ਤੇਜ਼ ਦੌੜਦਾ, ਭੱਜਦਾ ਉੱਡ ਕੇ। ਇਸ ਕਰਕੇ ਮਨੁੱਖ ਨੇ ਹਵਾਈ ਜਹਾਜ਼ ਤਿਆਰ ਕਰ ਲਿਆ। ਕਈ ਸਾਲਾਂ ਦਾ ਜਿਹੜਾ ਸਫ਼ਰ ਸੀ ਉਹ ਕੁਝ ਘੰਟਿਆਂ ਵਿੱਚ ਤੈਅ ਕਰ ਲਿਆ। ਭਾਰਤ ਤੋਂ ਕੈਨੇਡਾ ਜਾਣ 'ਤੇ 4 ਕੁ ਦਿਨ ਲੱਗਦੇ ਆ, ਅਤੇ ਜੇ ਕੋਈ ਤੁਰ ਕੇ ਜਾਵੇ ਤਾਂ ਕਈ ਸਾਲ ਲੱਗ ਜਾਣਗੇ। ਕਹੋ ਸਤਿਨਾਮ ਸ੍ਰੀ। ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਮਨੁੱਖ ਨੂੰ ਜਿਵੇਂ ਜਿਵੇਂ ਲੋੜ ਪਈ ਇਹਦੇ ਅੰਦਰੋਂ ਹੀ ਪਰਮੇਸ਼ਰ ਇਹਨੂੰ ਦਾਤਾਂ ਦਿੰਦਾ ਗਿਆ। ਇਸ ਕਾਇਆ ਅੰਦਰ ਵਸਤ ਅਸੰਖਾਂ, ਪਰ ਲੱਭੀਆਂ ਕਿਵੇਂ? ਸੱਚ ਨਾਲ ਜੁੜ ਕੇ। ਗੁਰਮੁਖ ਸਾਚ ਮਿਲੇ ਤਾਂ ਵੇਖਾਂ। ਗੁਰਮੁਖ ਕਲਪਨਾ ਕਰਕੇ ਹੀ ਉਹ ਚੀਜ਼ਾਂ ਨੂੰ ਵੇਖ ਲੈਂਦੇ ਆ ਪਹਿਲਾਂ ਹੀ। ਹਜੇ ਆਉਣ ਵਾਲੇ ਸਮੇਂ ਜਿਹੜੀਆਂ ਨਿਕਲਣੀਆਂ ਗੁਰਮੁਖਾਂ ਨੂੰ ਪਹਿਲਾਂ ਹੀ ਪਤਾ ਹੈ ਵੀ ਆਉਣ ਵਾਲੇ ਸਮੇਂ ਵਿੱਚ ਹੋਰ ਕੀ ਬਣੂਗਾ। ਕਲਪਨਾ ਦੇ ਵਿੱਚੋਂ ਹੀ ਉਸ ਨੂੰ ਦੇਖ ਲੈਂਦੇ ਆ ਕਿ ਆਉਣ ਵਾਲੇ ਸਮੇਂ 'ਚ ਮਨੁੱਖ ਨੂੰ ਇਹਦੀ ਲੋੜ ਪੈਣੀ ਹੈ ਅਤੇ ਮਨੁੱਖ ਇਹ ਬਣਾਊਗਾ। ਬ੍ਰਹਮ ਗਿਆਨੀਆਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਹੀ ਟੈਲੀਪੈਥੀ, ਟੈਲੀਵਿਜ਼ਨ, ਟੈਲੀਫੋਨ, ਕੰਪਿਊਟਰ ਯੁੱਗ ਆਦਿ। ਹੁਣ ਸਾਡੇ ਹੱਥ ਵਿੱਚ ਮੋਬਾਈਲ ਆ ਗਏ, ਅਸੀਂ ਇੱਥੇ ਬੈਠੇ ਦੂਰ ਬੈਠੇ ਗੱਲ ਕਰ ਲੈਂਦੇ ਹਾਂ। ਮੇਰਾ ਖਿਆਲ ਹੈ ਕੋਈ ਇਹੋ ਜਿਹਾ ਸਮਾਂ ਵੀ ਆਵੇਗਾ ਕਿ ਕੰਨ ਨਾਲ ਉਂਗਲ ਲਾ ਕੇ ਬੰਦਾ ਸਮਝ ਜਾਵੇਗਾ, ਆਵਾਜ਼ ਪ੍ਰਾਪਤ ਕਰ ਲਵੇਗਾ। ਭਾਵ ਮਨੁੱਖ ਬੜੀ ਤਰੱਕੀ ਕਰਦਾ ਜਾ ਰਿਹਾ ਹੈ।
पर जदों ये परमेश्वर नूं भुल जाता है फिर सब कुछ खत्म हो जाता है। जिवें जर्मन ने बड़ी तरक्की की, कई सालों के विच उन्हें तरक्की की, तो जदों ਐਨ परमेश्वर के नेड़े पहुँच गए तो परमेश्वर ने कुछ मिनटां विच 7-8 मिनटां विच दसदे आ जां 4-5 मिनटां दे विच ही सारा जर्मन फना करता। गणेंदे आ 6 माह तड़ाउंदे आ 1 खिणों। ये परमेश्वर की खेड है। फिर कहने चल हुण दुबारे फिर शुरू कर। ये बंदा इस तरह ही लग्या रहिंदा। सतगुरु पातशाह जी कह रहे सी कल, इस काया अंदर वस्त असंखां, गुरमुख साच मिले तां वेखां। जे सच नाल जुड़िए तो उन्हां वस्तुआं नूं अपने अंदरों भी देखिया जा सकदा है। जिवें भगत पीपा जी कहंदे हन, जो ब्रह्मंडे सोई पिंडे, जो खोजै सो पावै। पीपा प्रणवै परम तत्त है, सतगुर होए लिखावै। ये पीपा उस परम तत्त परमेश्वर दी अंश है, पर गुरमुख साच मिले तां वेखां। सतगुर होए लिखावै। गुरु ही जानकारी दिंदा है कि तू उहदी अंश किस तरह है। 9 दरवाजे 10वें मुक्ता, अनहद शब्द वजावणिया। ये जीव फसिया होया इन्हां 9 दरवाजियां दे रसां कसां दे विच। अखां दे नाल देखण दे, रूप देखण दे रसां च, कन्नां दे नाल चुगली निंदिया सुणन दे रसां च, जीव दे इंद्रियां दे स्वादां दे रसां विच फसिया होया। एक रस्ता है जिधर दी यह मुक्त हो सकता है, दोबारा जमन मरण चों निकल सकता है। बाकी ये सारे रस्ते नूं दोबारा जन्म देण वाले है, टेढ़ियां जूनां च पाउण वाले है। जिस तरह मानो एक रोहला टुंडा अंधला, भाव अन्ना टुंडा एक हथ टुटिया होया और सिर तो गंजा। ऐसा एक आदमी किले दे विच फस गया। 84 जिहदे गेट हैं और चीका मारदा, आवाज़ां मारदा, ओए कोई मैनू बाहर कढ़ दिओ रस्ते चों, कोई मैनू रस्ता दस दिओ। पर इनू उस रस्ते की जानकारी प्राप्त नहीं हो रही। इन्हां 9 द्वारियां विच फसिया होया, बार बार जमदा मरदा रहिंदा। वो 10वां द्वारा मुक्ति का द्वारा कहंदे इहनूं लभदा नहीं। मात लोक दे विच भटक रहा है। जिन्ना चिर गुरु नूं नहीं मिलदा, सच्चा साहिब सच्ची नाई, वो सच्चे साहिब की सच्ची वडियाई नहीं करदा। गुरु की कृपा लैके वो सच्चे साहिब नूं हिरदे विच नहीं वसाउंदा। गुर प्रसादी मन वसाई। गुरु की कृपा लैके वो सच्चे साहिब नूं मन विच वसावे। अनदिन सदा रहे रंग राता, फिर रोजाना ही भावें उहदे रंग विच रंगिया रवे। परमेश्वर के रंग विच रंगिया रवे हमेशा। दर सच्चै सोझी पावनिया, तां किते इस नूं उस गेट की सोझी आ सकती है जिहड़े गेट चों इहने मुक्त होना। 84 लाख जूनां दे संसार रूपी किले विच बंदा फस गया ते कोई भी गेट इस नूं मुक्त करन वाला दिखाई नहीं दिंदा। भावें कि संसार विच पखंड बड़ा रचिया गया इसे विषय ते, क्योंकि मनुखता की कमजोरी का फायदा लालची पखंडी लोग उठाउंदे आ। जिहड़ी मनुख की लोड़ होवे पखंडी लोग उसका नजायज़ फायदा भी उठाउंदे आ। ते बहुत सारे दुनिया विच आपे रब बन के बैठे हुए कह रहे आ, आओ असीं तुहानूं मुक्त करांगे, जदों कि वो खुद भी मुक्त नहीं। जिस तरह एक बहुत भयानक अजगर सप धन धन श्री गुरु हरगोबिंद साहब महाराज जी के चरणों में आ गया। कित्थे? जदों ओह जंगलों के विच शिकार खेडण गए सन। दोपहरा कट रहे सी, सिंह बैठे सी, कोल सिख बैठे सी, सतगुरु पातशाह बैठे सी, ते एक भयानक सप
ਉਹਨੂੰ ਅਜਗਰ ਸੱਪ ਕਹਿੰਦੇ ਆ, ਬਹੁਤ ਮੋਟਾ, ਔਰ ਜਿਸ ਦੇ ਸਰੀਰ ਨੂੰ ਕੀੜੇ ਕੀੜੀਆਂ ਚੁੰਬੜੀਆਂ ਹੋਈਆਂ, ਉਹਦਾ ਮਾਸ ਖਾ ਰਹੀਆਂ ਪੱਟ ਪੱਟ ਕੇ। ਤੜਫਦਾ ਹੋਇਆ ਭੱਜਦਾ ਪਰ ਕੁਛ ਕਰ ਨਹੀਂ ਸਕਦਾ, ਉਹਨਾਂ ਕੀੜੀਆਂ ਨੂੰ ਪਿੰਡੇ ਤੋਂ ਲਾਹ ਵੀ ਨਹੀਂ ਸਕਦਾ। ਰਿੰਗਦਾ ਨਾ, ਹੱਥ ਪੈਰ ਇਹਦੇ ਕੋਈ ਹੁੰਦਾ ਨਹੀਂ, ਰਿੰਗਦਾ ਹੋਇਆ ਜਾ ਰਿਹਾ ਹੈ। ਤੇ ਸਿੱਖਾਂ ਨੇ ਵੇਖਿਆ ਕਿ ਬੜਾ ਭਿਆਨਕ ਸੱਪ ਆ ਰਿਹਾ, ਤੇ ਸਿੱਖਾਂ ਨੇ ਉੱਠ ਕੇ ਉਸ ਸੱਪ ਨੂੰ ਮਾਰਨ ਦੀ ਸਲਾਹ ਕੀਤੀ। ਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਸਿੱਖੋ ਮਾਰੋ ਨਾ, ਆ ਜਾਣ ਦਿਓ। ਤੇ ਜਿਸ ਵੇਲੇ ਉਹ ਅਜਗਰ ਸੱਪ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚਿਆ, ਤੇ ਸਤਿਗੁਰਾਂ ਨੇ ਆਪਣਾ ਸੱਜਾ ਪੈਰ ਉਸ ਦੇ ਸਰੀਰ 'ਤੇ ਰੱਖਿਆ, ਛੁਹਾਇਆ, ਨੱਪਿਆ ਨਹੀਂ ਗਾ ਵੀ ਨੱਪ ਕੇ ਮਾਰਤਾ, ਮਤਲਬ ਛੁਹਾਇਆ। ਤੇ ਚਰਨ ਉਹਨਾਂ ਦੇ ਪਵਿੱਤਰ ਚਰਨ ਜਦੋਂ ਹੀ ਸੱਪ ਦੇ ਸਿਰ ਨਾਲ ਛੂਹੇ ਤੇ ਸੱਪ ਸਰੀਰ ਛੱਡ ਗਿਆ। ਤੇ ਸੱਪ ਦੇ ਮਰਦਿਆਂ ਹੀ ਜਿਹੜੀਆਂ ਕੀੜੀਆਂ ਉਹਨੂੰ ਚੁੰਬੜੀਆਂ ਸੀ ਖਾਣ ਵਾਸਤੇ, ਉਹ ਵੀ ਮਰ ਗਈਆਂ। ਜਦੋਂ ਕਿ ਕੀੜੀਆਂ ਸਾਡੇ ਪੈਰ ਥੱਲੇ ਵੀ ਆ ਜਾਣ ਤੇ ਜਲਦੀ ਮਰਦੀਆਂ ਨਹੀਂ, ਪਰ ਸਤਿਗੁਰਾਂ ਦੇ ਪੈਰ ਛਹਾਉਂਦਿਆਂ ਹੀ ਜਿੱਥੇ ਸੱਪ ਦਾ ਸਰੀਰ ਛੁੱਟ ਗਿਆ, ਉੱਥੇ ਕੀੜੇ ਕੀੜੀਆਂ ਜੋ ਉਹਨੂੰ ਖਾ ਰਹੇ ਸੀ ਉਹਨਾਂ ਦਾ ਵੀ ਛੁੱਟ ਗਿਆ। ਸਿੱਖ ਕਹਿਣ ਲੱਗੇ, ਮਹਾਰਾਜ ਇਹ ਕੈਸਾ ਕੌਤਕ ਹੈ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ, ਇਸੇ ਨੂੰ ਪੁੱਛ ਲੈਂਦੇ ਆ। ਆਵਾਜ਼ ਦਿੱਤੀ ਵੀ ਕੌਣ ਹੈ ਤੂੰ? ਤੇ ਕਹਿੰਦੇ ਉਹਦੀ ਰੂਹ ਦਿਵਿਆ ਰੂਪ ਧਾਰ ਕੇ ਸਾਹਮਣੇ ਖੜੀ ਹੋ ਗਈ, ਕਿਉਂਕਿ ਗੁਰੂ ਨਾਨਕ ਦੇ ਚਰਨੀ ਲੱਗ ਗਈ। ਗੁਰੂ ਨੇ ਉਹਨੂੰ ਮੁਕਤੀ ਦੇ ਦਿੱਤੀ ਹੈ ਸਰੀਰ ਦੇ ਵਿੱਚੋਂ, ਸੱਪ ਦੀ ਜੂਨ ਦੇ ਵਿੱਚੋਂ। ਤੇ ਉਹ ਦਿਵਿਆ ਰੂਪ ਧਾਰ ਕੇ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਸਰੀਰ ਵਰਗਾ ਹੀ ਸੂਖਮ ਸਰੀਰ ਧਾਰਨ ਕਰਕੇ ਸਾਹਮਣੇ ਕਹਿੰਦੇ ਖੜਾ ਹੋ ਗਿਆ। ਪਾਤਸ਼ਾਹ ਪੁੱਛਣ ਲੱਗੇ, ਵੀ ਕੌਣ ਹੈ ਤੂੰ? ਕਹਿੰਦਾ, ਜੀ ਮੈਂ ਵੀ ਇੱਕ ਸਾਧ ਸੀ ਪਖੰਡੀ, ਭਾਵ ਮੈਂ ਖੁਦ ਗੁਰੂ ਵਾਲਾ ਨਹੀਂ ਸੀ ਬਣਿਆ, ਪਰ ਲੋਕਾਂ ਨੂੰ ਕਹਿੰਦਾ ਸੀ ਮੈਂ ਤੁਹਾਨੂੰ ਮੁਕਤ ਕਰਾਂਗਾ, ਮੇਰੇ ਕੋਲੇ ਆਓ। ਬੜੇ ਲੋਕ ਮੇਰੇ ਕੋਲ ਆਉਂਦੇ ਸਨ, ਔਰ ਮੈਂ ਉਹਨਾਂ ਦੀਆਂ ਵਸਤੂਆਂ ਵਰਤਦਾ ਸੀ, ਉਹਨਾਂ ਦਾ ਸ਼ੋਸ਼ਣ ਕਰਦਾ ਸੀ, ਔਰ ਲੋਕਾਂ ਨੇ ਮੁਕਤੀ ਦੇ ਵਾਸਤੇ ਮੈਨੂੰ ਸਭ ਕੁਝ ਸੌਂਪਿਆ, ਪਰ ਮੈਂ ਖੁਦ ਮੁਕਤ ਨਹੀਂ ਸੀ। ਤੇ ਮੈਂ ਉਹਨਾਂ ਨੂੰ ਕਿਵੇਂ ਮੁਕਤ ਕਰਦਾ, ਕਿਉਂਕਿ ਮੈਂ ਗੁਰੂ ਵਾਲਾ ਨਹੀਂ ਸੀ ਬਣਿਆ। ਜਿਸ ਵੇਲੇ ਉਹਨਾਂ ਦੀ ਬੇਅੰਤ ਸੰਪਤੀ ਮੇਰੇ ਕੋਲ ਇਕੱਠੀ ਹੋ ਗਈ, ਤੇ ਉਹ ਸੰਪਤੀ ਦਾ ਮਾਇਆ ਦਾ ਧਿਆਨ ਧਰਦਿਆਂ ਮੇਰੀ ਮੌਤ ਹੋਈ। ਅੰਤ ਕਾਲ ਜੇ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਬਲ ਬਲ ਉਤਰੇ। ਮੈਂ ਆਪਣੇ ਚੇਲਿਆਂ ਦੀ ਮੁਕਤੀ ਤਾਂ ਦੂਰ ਰਹੀ, ਆਪ ਦੀ ਮੁਕਤੀ ਨਹੀਂ ਕਰਵਾ ਸਕਿਆ। ਅੱਜ ਵੀ ਦੇਖਦੇ ਹਾਂ ਜੇਲ੍ਹਾਂ ਵਿੱਚ ਬਹੁਤ ਸਾਰੇ ਸਾਧ ਪਏ ਹੈ, ਜਿਨ੍ਹਾਂ ਨੇ ਗੁਰਮਤਿ ਨੂੰ ਸਮਝਿਆ ਨਹੀਂ, ਮਨਮਤ ਕੀਤੀ ਹੈ, ਤੇ ਸਾਹਮਣੇ ਹੀ ਉਹ ਬੰਧਨ ਵਿੱਚ ਹਨ। ਤੇ ਜਿਹੜਾ ਜਿਉਂਦੇ ਜੀ ਬੰਧਨ ਵਿੱਚ ਆ, ਉਹ ਮਰਨ ਤੋਂ ਬਾਅਦ ਦੀ ਮੁਕਤੀ ਦੀ ਗੱਲ ਕੀ ਕਰਦਾ? ਇਸ ਤਰ੍ਹਾਂ ਗੁਰੂ ਪਿਆਰਿਓ ਕਹਿਣ ਲੱਗਿਆ, ਮਹਾਰਾਜ ਮੈਂ ਆਪਣੇ ਚੇਲੇ ਬਾਲਕਿਆਂ ਦਾ ਦਿੱਤਾ ਹੋਇਆ ਰਾਸ਼ਨ ਪਾਣੀ ਖਾਂਦਾ ਰਿਹਾ, ਉਹਨਾਂ ਦੀ ਮਾਇਆ ਇਕੱਠੀ ਕਰਦਾ ਰਿਹਾ। ਅਖੀਰ ਮੇਰੀ ਮੌਤ ਹੋਈ ਤੇ ਮਾਇਆ ਦੇ ਧਿਆਨ ਕਰਕੇ ਮੇਰਾ ਸੱਪ ਦੀ ਜੂਨੀ ਪੈ ਗਿਆ। ਹੁਣ ਮੇਰੇ ਚੇਲੇ ਮੇਰੇ 'ਤੇ ਡਿਪੈਂਡ ਸੀ, ਮੈਂ ਉਹਨਾਂ ਦੀਆਂ ਖੀਰਾਂ ਮਲਾਈਆਂ ਖਾਧੀਆਂ, ਦੁੱਧ ਦਹੀਆਂ ਖਾਧੀਆਂ ਪੀਤੀਆਂ, ਉਹਨਾਂ ਦੀ ਮਾਇਆ ਭੋਗੀ, ਉਹਨਾਂ ਦਾ ਸ਼ੋਸ਼ਣ ਕੀਤਾ। ਇਸ ਕਰਕੇ ਉਹਨਾਂ ਦਾ ਵੀ ਮੁਕਤੀ ਨਹੀਂ ਹੋਈ ਤੇ ਮੇਰੀ ਵੀ ਨਹੀਂ ਹੋਈ। ਪਰ ਦਿੱਤਾ ਲਈਏ ਆਪਣਾ, ਜੋ ਦਿੱਤਾ ਹੈ ਉਹ ਲੈਣਾ ਹੈ ਵਾਪਸ, ਹਿਸਾਬ ਕਿਤਾਬ ਕਰਨਾ ਹੀ ਹੈ। ਇਸ ਕਰਕੇ ਹੁਣ ਉਹਨਾਂ ਨੇ ਮੈਨੂੰ ਜੋ ਦਿੱਤਾ ਸੀ ਉਹ ਮੁਕਤੀ ਵਾਸਤੇ, ਪਰ ਮੈਂ ਮੁਕਤੀ ਕਰ ਨਹੀਂ ਸਕਿਆ। ਇਸ ਕਰਕੇ ਉਹ ਸਾਰੇ ਕੀੜੇ ਕੀੜੀਆਂ ਆ ਜੂਨਾਂ ਵਿੱਚ ਪੈ ਗਏ, ਜਿਹੜੇ ਮੇਰੇ ਸਰੀਰ ਨੂੰ ਚੁੰਬੜੇ ਹੋਏ ਸੀ।
ये सारे मैनू खाण लगे, मेरा मांस तोड़ तोड़ के, क्योंकि हिसाब किताब फिर इदां ही बराबर हुंदा। हुण सप्पां कोले पैसे तो है नहीं गे, तो कीड़ियां ने भी पैसे की करने आ, उन्होंने फिर मांस खा खा के हिसाब बराबर किया। जिवें गुरुद्वारा जामनीसर साहिब विखे गुरु गोबिंद सिंह महाराज जी ने एक जिउंदा तिੱਤਰ फड़ के बिना मारिया जिउंदे नूं ही बाज दे हवाले करता, भी लै हिसाब किताब कर ला। वो भी दोष ही, किसी का करजा लिया सीगा, उन्हें करजा मोड़िया नहीं गा, तो जिहदा देना सी वो तो लुकदा रहा। तो एक दिन उन्हें घेर लिया, कहना खड़ जा, मेरा करजा दे, नहीं मैं तैनूं छड्डदा नहीं गा। वो कहना गुरु की सौं मेरे कोले है ही नहीं, जदों मेरे कोले होया मैं जरूर देऊँगा। वो कहन लग्या देख ला गुरु की सौं खाना, तू तेरा गुरु जामन बन गया हुण। कहना हाँ हाँ, कि गुरु की सौं पा के वो छुट गया, पर मुड़ के फिर वो तो लुकदा रहा। अखीर मौत हो गई, लुकदा होया मरिया, तो जून भी लुकण वाली मिल गई तिੱਤਰ दी। तिੱਤਰ जिहड़ा बड़ा छोटे दिल का जानवर है, ये कणकां दे विच मिलदा। जदों बंदे नूं वेखदा फिर थल्ले रुड़दा होया लुक जांदा कणक विच। ये लुकदा होया मर गया, तिੱਤਰ बन गया। तो वो जिन्हें पैसे लेने से पता लग्या भी जो पैसे लेने वो मर गया, ਉਹਦਾ ध्यान भी वो रहा। ਹੁਣ ਉਹ तिੱਤਰ ਬਣਿਆ तो रब ने ਇਹਨੂੰ बाज बनाता भी लै पे कर ला हिसाब, फिर जे पैसे लेने तो जा ਉਹਦੇ ਕੋਲੇ। तो जामन गुरु गोबिंद सिंह जी ਨੂੰ बनाता, गुरु पातशाह जी के समय की गल आ। फिर एक दिन जामन गुरु गोबिंद सिंह महाराज जी ਨੂੰ गुरुद्वारा जामनीसर फिरोजपुर के इलाके च है, जंगलों विचों टक्कर गया। कहने फड़ो फड़ो आही आ। कहने जी की है ये? कहने तिੱਤਰ ਨੂੰ फड़ के लियाओ जिउंदा, तुसीं नहीं मारना इसनूं। सिखां ने कहते वो तिੱਤਰ के मगर भज दौड़ करके जिउंदा फड़िया, तो तिੱਤਰ लिया करके सतगुरां नूं फड़ाता। तो सतगुरां ने तिੱਤਰ के पैर फड़ के जिउंदा ही बाज कन्नी करता, लै भी खा ला, कर ला हिसाब बराबर। तो वह बाज जिहड़ा सीगा उहदे फंग तोड़न लगे, तिੱਤਰ तड़फन लगे। सिख कहते महाराज मार के दे दिओ ना, जिउंदा क्यों तड़फाई जाने हो? कहते नहीं, ये हिसाब किताब हो रहा है, इन्हें सानू जामन बनाया सीगा, इन्हें इहदा करजा देना सीगा, इन्हें लैना सीगा, इन्हें करजा दिता नहीं, साडी सौं पा के फिर भज गया। ये अज लभ्या, जे आपां मारता तो फिर रूह भज जूगी, फिर हिसाब किवें होऊगा? इसे रूह के कोले रहिंदे हिसाब होना है। इस करके क्योंकि मुरदे नाल काहदा हिसाब है, जिउंदे नाल हिसाब किताब हुंदा। इस करके मारना नहीं, इहनूं जिउंदा ही फड़ाउणा। ते वो तिੱਤਰ जिउंदा देख रहा है कि बाज उहनूं पट पट के खा रहा है। इउं सतगुरां ने अपनी जामनी दित्ती, अपनी जामनी भरी, तो दोनों का हिसाब किताब करा के दोनों की मुक्ति की। बाज भी शरीर छड्ड गया, फिर तिੱਤਰ तो मर ही गया। कोई सतनाम, दोनों की मुक्ति कर दी। इउं गुरु किरपा करदा। तो गल कर रहे सी, जिस वेले वो सप सतगुरु हरगोबिंद साहिब के चरणों में आके लग्या, तो सतगुरु के चरनी लगन करके हुण गुरु का फर्ज बन गया, जो शरणे आवे तिस कंठ लगावे, विद स्वामी संधा। तो सप की मुक्ति हुई, तो सप नूं लगे कीड़ियां की भी मुक्ति हुई। तो पातशाह कह रहे सी, इस बंदे ने मनुखा जीवन विच रहिंदियां होइयां पाप पुन की सार न जानी, चंगे माड़े कम्मां नूं समझिया नहीं भी आ करनयोग है, नहीं करनयोग। भख अपख सब खाए, खाण योग तां खांदा सी, ना खाण योग भी खा जांदा। हुण ना खाण योग किहड़ा है? हक पराया नानका ओ सूर उस गाए। जिहड़ा किसी का हक खाना है वो नहीं खाण योग हैगा, पर बंदा खांदा, फिर उसदा हिसाब देना पैंदा। पाप पुन की सार न जानी, जिस मनुख ने मनुखा जीवन च रहिंदियां होइयां चंगे माड़े की सार नहीं जानी, चंगे माड़े नूं समझिया नहीं, दूजे लागी भरम भराणी, जिन्हां दी सुरत शब्द नूं छड्ड के दूजा लगी। दूजा लागी मतलब रसना दे, इंद्रियां दे, कन्नां दे, अखां दे स्वादां विच लग्या होया जीव।
तो गुरु की करता है, आप शब्द शुरू किया सी कल बई परमेश्वर के दर ते कौन प्रवान होंदा है। कहते भी जिहड़ा गुरु वाला बन के नाम जपदा है। तो गुरु किवें मिलदा है? कहते कर्म होवे सतगुरु मिलाए, चंगे कर्म करेगा तो गुरु मिलूगा। कोई रब दे प्यारे मिलणगे। पूर्व कर्म अंकुर या प्रगटे भेटियो पुरख रसक बैरागी। चंगे कर्म करेगा तो गुरु कोल जाएगा ना। जो कोई शराबी आ हथ ने शराब पींदा, रात को शराब नाल डके आ, तड़के उन्होंने कह दे भी गुरुद्वारे चले गए ना, यार मैं कित्थे गुरुद्वारे जान जोगा, मैं तो खत्म आ भरावा, मैं गुरुद्वारे जाने वाला है नहीं। उन्होंने खुद नूं भी लाहनतां पै रहीआं अपने आप नूं आप दे कोलों ही, बई मैं इन्ना माड़ा बंदा, मैं गुरु कोले जान जोगा भी नहीं। चंगे कर्म करे तो बंदा तड़के उठ के इशनान करके पहला गुरु घर जाता है, गुरु कोल जाता है, जां आपो अपने धर्म के स्थान पर जिथे भी जाता उत्थे जाता है। तो जो चंगे कर्म करता फिर गुरु मिलता है। गुरु सुरत के शब्द का मिलाप कराउंदा है। पर इत्थे ये मनुख ने मनमुख ने शब्द सुरत नूं मिलाउण वाले गुरु कोलों पुछिया ही नहीं गा। चंगे माड़े पुठे सीधे काम सारे करी जाता। जो बंदा एक बार नशा च पै जाए ना, फिर जेड़ा भी नशा उन्होंने लभदा वही खा जाता। क्योंकि उसने 2 मिनटां का जिहड़ा दिमाग नूं चक्कर जा आउंदा, हलूणा जा आउंदा, वही लेना भावें किवें भी मिल जाए। हैरानी की गल है, गल्लां सुनन विच आउंदियां। आयोडेक्स एक दवाई आ, नशा करने वाले उन्होंने पीसा ते ला के खाण लगे। कहो सतनाम श्री, इनू कहने भख अपख सब खाए। आयोडेक्स दवाई खाण लगे। मिस्त्रियां दे कोले, लक्कड़ दे मिस्त्रियां कोले एक तेल हुंदा, उहदे विचों भी दिमाग नूं गैस चढ़दी आ, उहनूं खाण पीण लगे। कहो सतनाम श्री। पाप पुण्य की सार न जानी, भाव मनुख ने चंगे माड़े नूं समझिया ही नहीं गा। दूजा लागी भरम भुलानी, अगियानी अंधा मग न जाने, फिर आवण जावणे। ये अगियानी ये मनुख अगियानता के कारण इनू रस्ता नहीं लभ रहा, ये अन्ना है। एक तो अखां करके अन्ना हुंदा है, एक अगियानता करके अन्ना हुंदा जिन्हों ज्ञान ना होवे। अगियानी अंधा मग न जाने, फिर आवण जावण आ, वो अगियानता के चक्कर विच भटकदा रहिंदा। पातशाह दा बचन है, अंधे ए ना आखिया जिन मुख लोएन नाहे, अंधे सेई नानका जे खसमों कुत्थे जाहे। ये दुनिया जिहड़ी है किला है, इहदे विचों निकलना मुक्त होना आपां। ये मानो 84 लाख गेटां का किला है, जिहदे सारे गेट बंद है, एको ही गेट खुला है मनुखा जामे वाला। मानस जामा गेट है जिहड़ा, 84 लाख जूनां दे गेट बंद है, उन्होंने कोई सोझी नहीं, वो अपनियां जूनां भोगदियां जा रही हैं। किसी की 1 दिन की उम्र है, किसी की 1 मिनट की उम्र है, किसी की 10 दिन की उम्र है, किसी की 20 दिन की, किसी की साल की, कोई 2-4 साल की। आ कीड़े मकोड़े थोड़े समय की उम्र होंदी है, सौण वाले पतंगे किन्नी क उम्र होंदी है। अचानक ही मीह पए तो निकलते हैं, खंभ होंदे आ, आउंदे आ, लीवे लाट च वजदे आ, बल्ब ते वजदे आ, उत्थे मर जाते हैं तड़फ के। थोड़े समय की मौत ही है ना। वो तो 84 लाख जून किवें कट्टी जाऊगी? ऐ कट्टी जानी है। जमदा मरदा जमदा मरदा, कई जन्म पे कीट पतंगा, कई जन्म गजमीन कुरंगा, कई जन्म पंखी सर्प होयो, कई जन्म हैबर बिरख जियो। साडे पैरों थल्ले किन्ने कीड़े आउंदे आ, वो भी मर जाते आ। फिर वो रूहां किसी होर जून च पैंदियां, फिर उत्थे जाके मरदियां। आ तितलियां की उम्र बहुत थोड़ी है। इस तरह गुरु प्यारिओ, मच्छर तो लैके, मच्छर तो भी छोटा जानवर है जिहड़ा सानू खुलियां अखां नाल नहीं दिसदा, दूरबीन नाल खुरदबीन नाल देखना पैंदा, लैंजां नाल देखने पैंदे आ। इन्ने बरीक जानवर है। वो सारियां जूनां भोगदा होया मनुख 84 लाख जूनां दे इस किले चों निकलने वास्ते इहदे कोले गेट एक आ गया खुला, मनुखा जामा। इहदे राही मुक्त हो सकदा है। भई प्राप्त मनुख दे हुरिया
गोविंद मिलन की एहो तेरी बरी आ। पर यह रोला टुंडा अंधला, हुण टुंडा बंदा होवे ते किवें जफ्फी पा सकदा, अन्ना होवे ते किवें गेट नूं वेख सकदा, ते बोला होवे ते उहनूं सुनाई नहीं दिंदा, ते माया धारी अत अन्ना बोला, इहदे करके बंदा बोला हो गया। काम वासना करके बंदा अन्ना हो गया, हंकार करके बंदा अन्ना हो गया, सुरत नूं शब्द नाल ना जोड़न करके बंदा टुंडा हो गया। रोहला टुंडा अंधला क्यांगल लग्गै ताहे। हुण की होया, ये 84 लाख जून है। जे 84 लाख जून दे विच गुरु प्यारिओ मानो कि संसार 84 लाख जूनां दे गेटां दा किला, जिहदे विचों कोई टप्पण दा रस्ता नहीं। जिवें किले दे विच बंदा कैद हो गया, वो अन्ना है, टुंडा भी है, एक हाथ टुटिया होया है, गंजा भी है, बोला भी है, आवाज़ां मारदा मैनू कोई कढ दिओ, मैनू कोई रस्ता दस दिओ। अज्ञानी अंधा मग न जाना, फिर आवण जावणे। किसे दयालु कृपालु ने रब दे पैरियों की आवाज़ सुनी, उन्होंने समझाया बई तू ना चक्कर ला, ते जिहड़ा तेरा हथ साबत है ना कंध नाल पा के रख, जिथे गेट खुला आ गया उथों दी टप जी। एक गेट खुला हैगा इहदे च। उस अन्ने बंदे ने किले की कंध नाल हथ ला के तुरना शुरू किया, ते तुरदियां तुरदियां काफ़ी गेट आए, सारे ही बंद। ठोक के वेखदा टोह के देखदा गेट बंद आउंदे आ। टपदा टपदा किते खुले गेट पिछ पहुंचिया ते सिर च खुरक होण लग गई। वो कंध तो हथ चक लिया, रुकिया नहीं पर तुरदा रहा, कोई सतनाम श्री। जदों खुले गेट कोले आया ना गुरु प्यारिओ, उहदे सिर च खुरक होण लग पई। उत्थे कहंदे एक मक्खियां दा छत्ता आ गया, ते मखियाल चों रहा सीगा, कि वो मखियाल दी टपकदी होई बूंद उहदे सिर विच डिग पई। खुरकदे होए हथ नूं लगी, चट के देखी बड़ा मिठा सीगा, बस उहदे सवार च पै गया। तो ये मनुख जूनी में जदों आया तो ये स्वादां की खुरक होण लग गई। कन्नां नाल चुगलियां सुननियां, निंदिया सुननी, अखां नाल पराए रूप नूं तकना, ये स्वादां दी खुरक। जीव दे नाल स्वादले भोजन खाने, ये स्वादां दी खुरक। इस तरह इत्थे आके इहने निकलना सी, मानस जामे च आके इहने गुरु वाला बनना सी, इत्थों निकलना सीगा, पर इत्थे आके स्वादां च पै गया, तो इन्ने ये गेट भी लंघ गया। भई प्राप्त मनुख दे हुरिया, गोविंद मिलन के एहो तेरी बरिया, ये गेट खुला सीगा। इस गेट राही मनुखा जामे राही परमेश्वर नूं मिल सकदा सी, पर वो अन्ने बंदे दी न्याय चलो तो अन्ना सीगा, इन तां दिसदा, पर यह देखदा होया भी अन्ना है। माया धारी अत अन्ना बोला, शब्द न सुनी बहु रोल कचोला। तो वो जिहड़ा अन्ना बंदा सीगा, वो किले नूं हथ पा के टपदा रहा, टपदा रहा, टपदा रहा, गेट लभदा रहा, पर जदों गेट आया उदों सिर च खुरक करन लग गया। तो खुरकदियां होया जे तां रोक के कर लैंदा फिर तां लोड़ सी, पर टप गया उत्थों ही खुर करदा करदा। इस तरह मनुखा जीवन की जिंदगी सवासां दी रुकदी नहीं, ये चली जाती आ, तो बंदा जिहड़ा है स्वादां विच पै के मनुखा जीवन लंघ जाता है। तो मुड़ के फिर कई जन्म पे कीट पतंगा, कई जन्म गजमीन कुरंगा, कई जन्म पंखी सर्प होए। वो 84 ला गेट बाकी दे फिर बंद है, फिर इनू पूरा गेड़ा देना पैंदा चक्री, कोलू दे बैल वांगू फिर चलदा है। तो चलदा चलदा फिर किते रब दया करदा है, तुमरी कृपा ते मानुख देह पाई है, देहो दरस हर राया।
ਉਹ ਕਦੇ ਦਇਆ ਕਰਦਾ ਵੀ ਯਾਰ ਬਹੁਤ ਭਟਕ ਲਿਆ, ਇਹਨੂੰ ਕੱਢ ਦਿਆਂ ਹੁਣ ਮੈਂ। ਪਰ ਇਹਦਾ ਫਿਰ ਉਹੀ ਹਾਲ ਹੈ। ਅਰਦਾਸ ਕਰੀਏ, ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈਆ ਦੇਹੋ ਦਰਸ ਹਰ ਰਾਇਆ। ਜਦੋਂ ਬੇਨਤੀ ਕੀਤੀ ਤੇ ਗੁਰੂ ਕਹਿੰਦਾ ਗੁਰੂ ਨੂੰ ਮਿਲ, ਕਰਮ ਹੋਵੇ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ, ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣਿਆ। ਮੋਹ ਮਾਇਆ ਚੋਂ ਉੱਚਾ ਉੱਠ ਕੇ ਜਦੋਂ ਚੱਲਿਆ, ਨਹੀਂ ਤਾਂ ਫਿਰ ਬਾਬਾ ਜੀ ਕਹਿੰਦੇ ਪਾਪ ਪੁੰਨ ਕੀ ਸਾਰ ਨਾ ਜਾਣੀ, ਦੂਜੈ ਲਾਗੀ ਭਰਮ ਭੁਲਾਣੀ। ਚੰਗੇ ਮਾੜੇ ਦਾ ਖਿਆਲ ਨਹੀਂ ਕਰਦਾ। ਇਹ ਸੁਰਤ ਜਿਹੜੀ ਹੈ, ਭੁਲਾਣੀ ਸ਼ਬਦ ਵਰਤਿਆ ਤੇ ਇਹਦਾ ਮਤਲਬ ਸੁਰਤ ਤੇ ਸ਼ਬਦ ਦਾ ਜਿਹੜਾ ਮੇਲ ਹੋਣਾ ਸੀ ਉਹ ਹੋਇਆ ਨਹੀਂ ਗਾ। ਸੁਰਤ ਸਵਾਦਾਂ ਵਿੱਚ ਫਸੀ ਹੋਈ ਹੈ, ਸ਼ਬਦ ਨਾਲ ਨਹੀਂ ਜੁੜੀ। ਦੂਜੇ ਲਾਗੀ ਭਰਮ ਭੁਲਾਣੀ, ਅਗਿਆਨੀ ਅੰਧਾ ਮੱਗ ਨਾ ਜਾਣੇ। ਬਸ ਉਸੇ ਅੰਨੇ ਬੰਦੇ ਦੀ ਨਿਆਈ ਜਿਹੜਾ ਕਿਲੇ 'ਚ ਫਸਿਆ ਹੋਇਆ ਹੈ। ਇਹ ਬੰਦਾ 84 ਲੱਖ ਜੂਨਾਂ ਦੇ ਕਿਲੇ 'ਚ ਫਸਿਆ ਹੋਇਆ, ਇੱਥੋਂ ਨਿਕਲਣਾ ਮੁਸ਼ਕਲ ਹੋ ਗਿਆ। ਅਗਿਆਨੀ ਅੰਧਾ ਮੱਗ ਨਾ ਜਾਣੈ, ਫਿਰ ਆਵਣ ਜਾਵਣਿਆ। ਇਸੇ ਕਰਕੇ ਇਹਦਾ ਚੱਕਰ ਮੁੱਕਦਾ ਨਹੀਂ। ਮਹਾਰਾਜ ਕੀ ਕਰੀਏ ਫਿਰ, ਤੁਸੀਂ ਦੱਸ ਦਿਓ। ਗੁਰੂ ਨੂੰ ਪੁੱਛ ਲਈਏ। ਗੁਰੂ ਕਹਿੰਦੇ ਗੁਰ ਸੇਵਾ ਤੇ ਸਦਾ ਸੁਖ ਪਾਇਆ। ਗੁਰੂ ਕੋਲੇ ਆਓ। ਗੁਰੂ ਅਮਰਦਾਸ ਜੀ ਨੇ ਖੁਦ ਸੇਵਾ ਕਰਕੇ ਪਾਇਆ। ਸਾਨੂੰ ਦੱਸਿਆ ਕਿ ਜਦੋਂ ਗੁਰੂ ਕਿਰਪਾ ਕਰਦਾ ਨਾ, ਪਹਿਲਾਂ ਸੇਵਾ ਲਾਉਂਦਾ। ਆਪੇ ਸੇਵਾ ਲਾਈਨ ਆਪੇ ਬਖਸ਼ ਕਰੇ। ਫਿਰ ਸੇਵਾ ਦੇ ਬਹਾਨੇ ਕਹਿੰਦੇ ਆ ਤੇਰਾ ਸੇਵਾ ਦਾ ਫਲ ਹੈ ਭਾਈ। ਭਾਵ ਗੁਰੂ ਜਾਂ ਪਰਮੇਸ਼ਰ ਜਿਹੜਾ ਹੈ ਉਹ ਇਹ ਵੀ ਨਹੀਂ ਕਹਿੰਦਾ ਕਿ ਮੈਂ ਦਿੰਦਾ, ਕਹਿੰਦੇ ਜਿਹੜੀ ਤੂੰ ਸੇਵਾ ਕੀਤੀ ਆ ਉਹਦਾ ਤੈਨੂੰ ਫਲ ਦਿੰਦੇ ਆ ਅਸੀਂ। ਆਪੇ ਸੇਵਾ ਲਾਈਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਇਉਂ ਬਹਾਨਾ ਬਣਾ ਕੇ ਜੀਵ ਨੂੰ ਮੁਕਤ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਜਿਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਸੇਵਾ ਕੀਤੀ ਤੇ ਸਾਨੂੰ ਵੀ ਕਹਿੰਦੇ ਗੁਰ ਸੇਵਾ ਤੇ ਸਦਾ ਸੁਖ ਪਾਇਆ। ਜਦੋਂ ਗੁਰ ਦੀ ਸੇਵਾ 'ਚ ਆਉਣੇ ਆ ਤੇ ਫਿਰ ਸੁੱਖ ਪ੍ਰਾਪਤ ਹੁੰਦੇ ਨੇ। ਹਉਮੈ ਮੇਰਾ ਠਾਕਰ ਹਾਇਆ। ਗੁਰੂ ਦੀ ਸੇਵਾ 'ਚ ਆ ਕੇ ਫਿਰ ਇਹਨਾਂ ਵਿਕਾਰਾਂ ਨੂੰ ਰੋਕਣਾ ਹੈ। ਹਉਮੈ ਹੰਕਾਰ ਠਾਕਣਾ, ਰੋਕਣਾ ਭਾਵ ਨਹੀਂ ਕਰਨਾ। ਹੰਕਾਰ ਜਿਹੜਾ ਮੁਖੀ ਹੈ ਪੰਜਾਂ ਦਾ, ਹੰਕਾਰ ਕਰਕੇ ਇਹਦੇ ਅੰਦਰ ਕਾਮ ਵਾਸ਼ਨਾ ਜ਼ੋਰ ਮਾਰਦੀ ਹੈ ਤੇ ਹੰਕਾਰ ਕਰਕੇ ਬੇਅਦਬੀ ਕਰਦਾ ਬੇਅੰਤ ਇਸਤਰੀਆਂ ਦੀ। ਜਿਹੜੀ ਵਸਤੂ ਨਾ ਪ੍ਰਾਪਤ ਹੋਵੇ, ਹੰਕਾਰ ਕਰਕੇ ਕ੍ਰੋਧ ਕਰਦਾ, ਮੈਨੂੰ ਜਵਾਬ ਦੇਦਾ। ਮੈਂ ਮੋਹਤਬਾਰ ਬੰਦਾ, ਮੈਂ ਚੌਧਰੀ, ਮੈਂ ਰਾਜਾ, ਮੈਂ ਮੰਤਰੀ। ਇਹਦੀ ਕੀ ਤਾਕਤ ਹੈ ਕਿ ਮੈਨੂੰ ਜਵਾਬ ਦੇ ਦੇਵੇ। ਉਸ ਹੰਕਾਰ ਦੇ ਕਾਰਨ ਹੀ ਕ੍ਰੋਧ ਕਰਦਾ। ਨਹੀਂ ਤਾਂ ਗਰੀਬ ਬੰਦਾ ਕਹਿੰਦਾ ਚਲੋ ਛੱਡੋ ਯਾਰ। ਕਬੀਰ ਸਾਹਿਬ ਆਪਣਾ ਭਗਤ ਨਾਮਦੇਵ ਜੀ ਕੀ ਕਹਿੰਦੇ ਨੇ, ਛੋਟੀ ਜੀ ਸਾਖੀ ਆ ਉਹਨਾਂ ਦੀ। ਕਹਿੰਦੇ ਇੱਕ ਵਾਰੀ ਉਹ ਯਾਤਰਾ 'ਤੇ ਚਲੇ ਗਏ। ਜਦ ਯਾਤਰਾ ਤੋਂ ਵਾਪਸ ਆਏ, ਜਿੱਥੇ ਉਹਨਾਂ ਦਾ ਘਰ ਸੀ ਨਾ, ਉਹਦੇ ਨਾਲ ਲੱਗਮਾ ਕਿਸੇ ਅਮੀਰ ਨੇ ਘਰ ਪਾਇਆ, ਪੈਸੇ ਵਾਲੇ ਬੰਦੇ ਨੇ, ਹੰਕਾਰੀ ਵੀ ਸੀ ਬੰਦਾ। ਉਹਦੇ ਘਰ 'ਚ ਕਿਤੇ ਕਾਨ ਪੈਂਦਾ ਹੋਣਾ, ਉਹਨੇ ਸਿੱਧਾ ਕਰਨ ਵਾਸਤੇ ਨਾਮਦੇਵ ਜੀ ਦੇ ਘਰ ਦੇ ਵਿੱਚ ਦੀ ਕੰਧ ਖਿੱਚਦੀ, ਥਾਂ ਵਿੱਚ ਦੀ। ਕਹਿੰਦੇ ਨਾਮਦੇਵ ਜੀ ਨੇ ਆ ਕੇ ਪੁੱਛਿਆ, ਕਹਿੰਦੇ ਭਲਿਆ ਕੀ ਕਰਤਾ ਤੂੰ? ਆਪ ਦਾ ਘਰ ਸਿੱਧਾ ਕਰਨ ਵਾਸਤੇ ਸਾਡਾ ਘਰ ਟੇਢਾ ਕਰਤਾ ਤੂੰ। ਉਹ ਪਤਾ ਅੱਗੋਂ ਕਹਿੰਦਾ ਫਿਰ ਕੀ ਕਰ ਲੇਗਾ? ਕਹਿੰਦੇ ਕਰਨਾ ਤਾਂ ਅਸੀਂ ਕੀ ਹੈ, ਨਹੀਂ ਤਾਂ ਲਿਆ ਜੀ ਨੂੰ ਲੈ ਕੇ ਆਉਣਾ। ਨਾਮਦੇਵ ਜੀ ਕਹਿੰਦੇ ਸਾਡਾ ਕੌਣ ਆ? ਸਾਡਾ ਤਾਂ ਕੋਈ ਨਹੀਂ। ਹਾਂ ਹੈਗਾ ਇੱਕ ਪਰਮੇਸ਼ਰ, ਉਹ ਭਾਵੇਂ ਕੁਛ ਕਰੇ। ਉੱਥੇ ਫਿਰ ਸ਼ਬਦ ਉਚਾਰਿਆ ਭਗਤ ਜੀ ਨੇ ਇਸ ਵਿਸ਼ੇ ਤੇ, ਗਹਿਰੀ ਕਰਕੇ ਨੀਵ ਖੁਦਾਈ, ਡੂੰਘੀਆਂ ਨਿਉਆਂ ਪੱਟ ਕੇ, ਉੱਪਰ ਮੰਡਪ ਛਾਏ, ਵੱਡੀ ਮਹਿਲ ਕੋਠੀ ਪਾ ਲਈ ਆ। ਮਾਰ ਕੰਡੇ ਤੇ ਕੋ ਦਿਖਾਈ, ਮਾਰ ਕੰਡਾ ਰਿਸ਼ੀ ਹੋਇਆ, 1,00,000 ਸਾਲ ਦੀ ਉਮਰ ਸੀ, ਤੇਰੀ ਤਾਂ 100 ਸਾਲ ਦੀ ਉਮਰ ਹੋਣੀ ਹੈ। ਚਲੋ ਭਗਤਾਂ ਦੇ ਸਮੇਂ ਵੱਧ ਹੋਣੀ ਹੈ ਉਮਰ, ਵੈਸੇ ਕਲਯੁਗ ਦੇ ਵਿੱਚ 100 ਸਾਲ ਤੋਂ ਵੱਧ ਕੋਈ ਵਿਰਲਾ ਹੀ ਜਾਂਦਾ ਭਜਨ ਬੰਦਗੀ ਕਰਨ ਵਾਲਾ। ਜਿਹੜੇ ਅੱਜ ਕੱਲ੍ਹ ਦਾ ਪੋਸ਼ਣ ਨਸ਼ਿਆਂ 'ਚ ਪਿਆ ਹੋਇਆ, ਤਾਂ 50 ਤੋਂ ਨਹੀਂ ਟੱਪਣਾ ਲੱਗਦਾ ਮੈਨੂੰ।
ਤਾਂ ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ। ਉਹ ਕਹਿੰਦਾ ਲਿਆ ਜਿਹਨੂੰ ਲਿਆਉਣਾ। ਭਗਤ ਜੀ ਕਹਿੰਦੇ ਹਮਰੋ ਕਰਤਾ ਰਾਮ ਸਨੇਹੀ, ਸਾਡਾ ਤਾਂ ਇੱਕ ਮਿੱਤਰ ਉਹ ਪਰਮੇਸ਼ਰ ਹੈ, ਰਾਮ ਹੈ। ਕਾਹੇ ਰੇ ਨਰ ਗਰਭ ਕਰਤ ਹੋ, ਬਿਨਸ ਜਾਏ ਝੂਠੀ ਦੇਹੀ। ਤੂੰ ਕਾਹਦਾ ਹੰਕਾਰ ਕਰਦਾ ਹੈ? ਇਹੋ ਜਿਹੇ ਕਈ ਤੇਰੇ ਵਰਗੇ ਟੱਪ ਗਏ ਹੰਕਾਰ ਕਰਦੇ ਕਰਦੇ। ਮੇਰੀ ਮੇਰੀ ਕਹਿਰੋ ਕਰਤੇ ਦੁਰਯੋਧਨ, ਸੈ ਭਾਈ 100 ਭਰਾ ਸੀ ਦੁਰਯੋਧਨ, ਹੋਰੀ ਕੌਰਵਾਂ ਦੇ ਬੱਚੇ ਸਾਰੇ ਮਰ ਗਏ। मेरी मेरी कैरों करते दुर्योधन सह भाई, 12 योजन छत्र चले था। तो कोठी पाई है, थोड़ी जी अमीरी होएगी, मंत्री होवेगा, MLA होवेगा, कोई छोटा होएगा नंबरदार चौधरी, पर वह 48 को तक राज चलता सी कौरवां दा, दुर्योधन का। तू किहड़े बाग दी मूली आ उन्हां दे सामने, वो भी खत्म हो गए। 12 योजन छत्र चला था, देही गिरजन खाई। ते इन्नी बेअदबी हुई, शरीरां नूं जानवरां ने भी नहीं खाधागा, शरीरां नूं संभालण वाला भी कोई नहीं बचिया, रुल गए, जानवर खा गए। गिरजां आदि कां कुत्ते लै गए, घड़ीसी फिरदे ही जंगल दे विच। दोने अर्थ बनते हैं। देही गिरजन खाई, गिरजां ने खा लई, जे नन्ना अड कर दी, देही गिरजा ने भी नहीं खाधी। तो कि मास इन्ना हो गया उत्थे कुरुक्षेत्र के जंग च कि जानवरों तो भी मुकाया नहीं गया, कोई सतनाम मुक्या नहीं गया। सर्ब सोयन की लंका होती, रावण से अधिकाई। तू रावण तो वड्डा तो नहीं, वो सोने की लंका सी। सर्ब सोयन की लंका होती, रावण से अधिकाई। वो भी नहीं रहागा। 1 लाख पूट 1.25 लाख नाती, ते रावण कर दीवा ना बाती। ਉਹਦੇ ਘਰੇ कोई दीवा जगाउण वाला नहीं बचिया। इस करके साडा तां कौन है, ਉਹ ही है बस। इस करके बाबा जी कहते हौमै मेरा ठाकर हाया। जो गुरु नूं मिलांगे तो गुरु समझाऊगा जीवन किवें बतीत करना है। गुर सेवा ते सदा सुख पाया, हौमै मेरा ठाकर हाया। गुर साखी मिटिया अंधियारा, अंधियारा भाव अज्ञानता। गुरु ने ज्ञान कराया तो हनेरा चक्या गया मेरा, अज्ञानता चक्की गई। अज्ञानता की सी, हनेरा की सीगा? बई मेरे वर्गा केड़ा है। तो दुनिया धींग तो धींग पई आ। ऐसी भी कहानी है। कोई बंदा कहता सी मेरे जिन्ना तकड़ा कोई नहीं, परमेश्वर ने उन्होंने उस तो तकड़ा विखाता। वो भी कहता सीगा मैथों तकड़ा कोई नहीं, उस तो तकड़ा भी अगे वेख्या। तो खैर गुर साखी, गुरु दे कोल बैठ के अज्ञानता दा हनेरा चक्या जाऊगा। गुर साखी मिटिया अंधियारा, बजर कपाट खुलावने आ। बजर कपाट जो बुद्धि नूं अज्ञानता दा पत्थर दा गेट लग्या होया, जिहड़ा साडी बुद्धि नूं पत्थर दा गेट लग्या होया। दया विच नहीं आउंदा बंदा जिहड़ा। मिटिया अंधियारा बजर कपाट खुलावणिया, हौमै मार मन वसाया। हंकार नूं खत्म करके सुरत नूं शब्द नाल जोड़िया। गुर चरनी सदा चित लाया, सुरत नूं गुरु दे चरनां नाल जोड़ना शुरू किया। गुर किरपा ते मन तन निर्मल, निर्मल नाम धियावणिया। फिर गुरु ने किरपा की, पहली जिथों शुरुआत की शब्द की, उत्थे अखीर ते समाप्ति कर देन। माज महला तीजा घर पहला, कर्म होवे सतगुरु मिलाए। सेवा सुरत शब्द चित लाए, हौमै मार सदा सुख पाया। माया मोह चुकावनी। सुरत शब्द का मेल है बस। जिहदा नहीं मेल हुंदा उहदे अंदर कोई गलती आ। इस करके सुरत शब्द का मेल नहीं होता, भाव जी नहीं लगता बाणी पढ़न दे विच, नितनेम करन विच, सिमरन करन विच ध्यान नहीं लगता। अंदर कोई ना कोई नुक्स है, तो नुक्स हौली हौली निकल जाऊगा, लगे रहो। प्रीतम जी कहते वो नुक्स फिर निकलिया कदों, जदों मैं हंकार नूं पासे करता। साधु को मिलने जाइए, साथ न लीजिए कोई, पाछे पाओ न दीजिए, आगे होए सो होए। ये हंकार काम को लोभो, इन्हां नूं घरे छड्ड के जाओ। इन्हां नूं घरे छड्ड के गुरु कोले इउं जाओ जिवें बच्चा स्कूल च जांदा सीखण वास्ते किताबां लैके। मानो कि गुरुद्वारा साहिब साडा स्कूल है तो असीं जीवन बारे सीखण लई आउंदे हां।
ਤੇ ਜਿਹੜਾ ਸਿੱਖਣ ਜਾਂਦਾ ਉਹ ਆਪਣੇ ਆਪ ਨੂੰ ਅਨਪੜ੍ਹ ਸਮਝੇ ਤੇ ਫੇਰ ਹੀ ਕੁਝ ਅੱਗੋਂ ਮਿਲੇਗਾ। ਜੇ ਉਹ ਪਹਿਲਾਂ ਹੀ ਆਪਣੇ ਆਪ ਨੂੰ ਕਹੇ ਮੈਂ ਤਾਂ ਜ਼ਿਆਦਾ ਆਉਂਦਾ, ਮਾਸਟਰ ਕੀ ਜਾਣਦੇ, ਫਿਰ ਉਹਨੂੰ ਮਾਸਟਰ ਨੇ ਕੀ ਦੇਣਾ। ਇਸ ਕਰਕੇ ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜਿਆ ਕੋਈ। ਇਹਦਾ ਮਤਲਬ ਇਹ ਨਹੀਂਗਾ ਵੀ ਇਕੱਲੇ ਜਾਓ, ਜਾਓ ਜਥਾ ਬਣ ਕੇ ਜਾਓ, 2 ਜਾਓ, 4 ਜਾਓ, 6 ਜਾਓ, ਪਰ ਆਪਣੀਆਂ ਕੁਰਸੀ ਦੀਆਂ ਪਦਵੀਆਂ ਘਰੇ ਛੱਡ ਆਓ, ਹੰਕਾਰ ਘਰੇ ਛੱਡ ਆਓ, ਸਿੱਖਣ ਵਾਸਤੇ ਆਓ ਤੇ ਸੇਵਾ ਲਈ ਜਾਓ। ਸਕੂਲਾਂ ਦੇ ਬਾਹਰ 'ਚ ਵੀ ਲਿਖਿਆ ਹੁੰਦਾ, ਇੱਥੇ ਵੀ ਇਹੀ ਗੱਲ ਆ। ਇੱਥੇ ਸਿਖਾਇਆ ਜਾਂਦਾ ਹੈ ਸੇਵਾ ਸਿਮਨ ਕਿਵੇਂ ਕਰਨਾ। ਪ੍ਰੀਤਮ ਜੀ ਕਹਿੰਦੇ ਹਉ ਮੈਂ ਮਾਰ ਮਨ ਵਸਾਇਆ, ਗੁਰ ਚਰਨੀ ਸਦਾ ਚਿਤ ਲਾਇਆ, ਗੁਰ ਕਿਰਪਾ ਤੇ ਮਾਨਨ ਤਨ ਨਿਰਮਲ, ਨਿਰਮਲ ਨਾਮ ਤੇ ਆਵਨੇ। ਨਾਮ ਜਪਦਿਆਂ ਜਪਦਿਆਂ ਇਸ ਨੇ ਫਿਰ ਆਪੇ ਹੀ ਨੋਰਮਲ ਹੋ ਜਾਣਾ। ਨਿਰਮਲ ਮਤਲਬ ਨੋਰਮਲ, ਨੋਰਮਲ ਬੱਚਾ ਨੋਰਮਲ ਹੈ। ਅਸੀਂ ਆਕੜ ਗਏ, ਕਹੋ ਸਤਨਾਮ ਹੰਕਾਰ ਦੇ ਨਾਲ। ਤੇ ਗੁਰੂ ਦੇ ਗਿਆਨ ਨੇ ਸਾਨੂੰ ਦੁਬਾਰਾ ਫਿਰ ਉਸੇ ਨੋਰਮਲ ਅਵਸਥਾ ਜਿਹੜਾ ਬ੍ਰਹਮ ਗਿਆਨੀ ਵੀ ਨੋਰਮਲ ਹੋ ਜਾਂਦੇ ਆ। ਜਿਹਨਾਂ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ ਉਹ ਬੱਚੇ ਨਹੀਂ ਹੋ ਜਾਂਦੇ ਆ, ਨੋਰਮਲ ਹੋ ਜਾਂਦੇ ਆ, ਨਿਰਮਲ ਪਵਿੱਤਰ ਹੋ ਜਾਂਦੇ ਆ। ਗੁਰ ਚਰਨੀ ਸਦਾ ਚਿਤ ਲਾਇਆ, ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਤੇ ਆਵਣਿਆ। ਜੀਵਨ ਮਰਨਾ ਸਭ ਤੁਧ ਹੈ ਤਾਈ, ਜਿਸ ਬਖਸ਼ੈ ਤਿਸ ਦੇ ਵਡਿਆਈ। ਇਹ ਸਾਡਾ ਜੰਮਣਾ ਮਰਨਾ ਜੋ ਸਾਨੂੰ ਵਾਰ-ਵਾਰ ਪੈਂਦਾ ਹੈ, ਇਹ ਗੁਰੂ ਦੇ ਹੱਥ ਵਿੱਚ ਹੈ, ਪਰਮੇਸ਼ਰ ਦੇ ਹੱਥ ਵਿੱਚ ਹੈ। ਜਿਹਨੂੰ ਜੰਮਣ ਮਰਨ ਤੋਂ ਕੱਢਣਾ ਹੁੰਦਾ ਉਹਨੂੰ ਬਖਸ਼ ਕੇ ਆਪਦਾ ਬਣਾ ਲੈਂਦਾ। ਹਰ ਜੁਗ ਜੁਗ ਭਗਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜਿਨ੍ਹਾਂ ਨੂੰ ਆਪਦੇ ਬਣਾ ਲੈਂਦਾ ਫਿਰ ਉਹਨਾਂ ਨੂੰ ਜੰਮਣ ਮਰਨ ਵਾਲੇ ਪਾਸੇ ਨਹੀਂ ਭੇਜਦਾ। ਜਿਸ ਬਖਸ਼ੈ ਤਿਸ ਦੇ ਵਡਿਆਈ, ਨਾਨਕ ਨਾਮ ਧਿਆਏ ਸਦਾ ਤੂੰ। ਇੱਥੇ ਗੁਰੂ ਤੇ ਅਮਰਦਾਸ ਮਹਾਰਾਜ ਜੀ ਸਾਨੂੰ ਵੀ ਕਹਿੰਦੇ ਆ ਤੇ ਆਪਣੇ ਆਪ ਨੂੰ ਵੀ ਕਹਿੰਦੇ ਆ। ਗੁਰਬਾਣੀ ਇਸ ਢੰਗ ਨਾਲ ਉਚਾਰਨ ਕੀਤੀ ਗਈ ਹੈ ਗੁਰੂਆਂ ਵੱਲੋਂ, ਇਸ ਢੰਗ ਨਾਲ ਲਿਖੀ ਗਈ ਹੈ ਕਿ ਇਹਨੂੰ ਜਿਹੜਾ ਵੀ ਪੜ੍ਹੂਗਾ ਐਂ ਲੱਗੂ ਕਿ ਇਹ ਬਾਣੀ ਉਸੇ ਨੂੰ ਕਹਿ ਰਹੀ ਹੈ, ਜਾਂ ਫਿਰ ਜਿਹੜਾ ਸੁਣੂਗਾ ਉਹਨੂੰ ਐਂ ਲੱਗੂ ਕਿ ਗੱਲ ਮੈਨੂੰ ਕਹਿ ਰਹੀ ਹੈ। ਜਿਵੇਂ ਇੱਥੇ ਬਚਨ ਕਿਹਾ, ਨਾਨਕ ਨਾਮ ਧਿਆਏ ਸਦਾ ਤੂੰ। ਜੇ ਹੌਲੀ ਪੜੂੰਗਾ ਤੇ ਬਾਣੀ ਮੈਨੂੰ ਕਰੀ ਹੈ ਤੂੰ, ਜੇ ਉੱਚੀ ਪੜੂੰਗਾ ਤੁਸੀਂ ਸੁਣਿਆ ਤਾਂ ਫਿਰ ਮੈਂ ਤੁਹਾਨੂੰ ਵੀ ਕਹਿ ਰਿਹਾ ਤੂੰ। ਤਾਂ ਇਹ ਬਾਣੀ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਗੁਰੂਆਂ ਨੇ ਇਸ ਢੰਗ ਦੇ ਨਾਲ ਬਾਣੀ ਉਚਾਰਨ ਕੀਤੀ ਹੈ ਕਿ ਆਲ ਵੜ ਦੇ ਮਨੁੱਖਤਾ ਵਾਸਤੇ ਹੈ। ਜਿਵੇਂ 9ਵੇਂ ਪਾਤਸ਼ਾਹ ਜੀ ਨੇ ਜ਼ਿਆਦਾ ਸ਼ਬਦ ਮਨ ਵਰਤੇ ਹੈ, ਤੋ ਮਨ ਜਦੋਂ ਵਰਤਾਂਗੇ ਤੇ ਮਨ ਸਾਰਿਆਂ ਕੋਲੇ ਆ ਤੇ ਬਾਣੀ ਸਭ ਦੇ ਮਨ ਨੂੰ ਕਹਿੰਦੀ ਆ, ਕਹੋ ਸਤਨਾਮ ਸੀ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰਿ ਭਜ ਮਣਾ। ਜਦ ਮੈਂ ਮਣਾ ਕਹੂੰ ਤਾਂ ਮੈਂ ਆਪਣੇ ਆਪ ਨੂੰ ਕਹੂੰਗਾ, ਤੁਸੀਂ ਸੁਣੋਗੇ ਤੁਸੀਂ ਆਪਣੇ ਆਪ ਨੂੰ ਕਹੋਗੇ, ਕਹੋ ਸਤਨਾਮ ਸੀ। ਕਹੋ ਨਾਨਕ ਹਰਿ ਭਜ ਮਣਾ, ਜਿਹੀ ਵਿਦ ਜਲ ਕੋ ਮੀਣ। ਤਾਂ ਇੱਥੇ ਮਨ ਸ਼ਬਦ ਵਰ ਕੇ ਇਹ ਕਿਹਾ ਕਿ ਇਹ ਬਾਣੀ ਮਨੁੱਖ ਵਾਸਤੇ ਰਚੀ ਗਈ ਹੈ। ਇਹਨੂੰ ਕੇਵਲ ਐਂ ਨਾ ਪੜ੍ਹੀਏ ਵੀ ਗੁਰੂਆਂ ਨੇ ਬਾਣੀ ਉਚਾਰੀ ਹੈ। ਗੁਰੂਆਂ ਨੇ ਸਾਡਾ ਮਾਰਗ ਦਰਸ਼ਨ ਕੀਤਾ ਹੈ। ਜਿਵੇਂ ਬੱਚੇ ਨੂੰ ਇੱਕ ਚੰਦਰਮਾ ਵਿਖਾਉਣ ਵਾਸਤੇ ਮਾਂ ਆਪਣੀ ਉਂਗਲ ਨਾਲ ਕਹਿੰਦੀ ਹੈ, ਪੁੱਤੋ ਦੇਖ ਚੰਦਾ ਮਾਮਾ। ਬੱਚਾ ਕਹਿੰਦਾ ਦਿਸਦਾ ਨਹੀਂਗਾ, ਤੇ ਮਾਂ ਉਹਦੇ ਕੋਲ ਦੀ ਸਾਹਮਣੇ ਉਂਗਲ ਕਰਦੀ ਹੈ। ਫਿਰ ਬੱਚਾ ਉਂਗਲ ਦੇ ਕੋਲ ਦੀ ਵੇਖਦਾ ਤੇ ਉਹਨੂੰ ਦਿਖਾਈ ਦੇਣ ਲੱਗ ਜਾਂਦਾ। ਇਸੇ ਤਰ੍ਹਾਂ ਗੁਰੂ ਨੇ ਇਸ਼ਾਰੇ ਕੀਤੇ ਹੈ ਆਪਣੇ ਅੰਦਰ ਜਾਣ ਦੇ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ, ਨਾਨਕ ਨਾਮ ਧਿਆਏ ਸਦਾ ਤੂੰ। ਹੈ ਜੀਵ ਤੂੰ ਪਰਮੇਸ਼ਰ ਦਾ ਨਾਮ ਜਪਿਆ ਕਰ। ਜੰਮਣ ਮਰਨ ਸਵਾਰਨਿਆ। ਜੰਮਣਾ ਤਾਂ ਤੇਰਾ ਮਨੁੱਖਾ ਜਨਮ ਹੋ ਗਿਆ, ਹੁਣ ਮਰਨਾ ਵੀ ਸਵਾਰ ਲੈ। ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ। ऐसी मरनी जो मरै बहुर न मरना होए। ये है मरना सवारना। क्या जाना कि मरांगे कैसा मरना होए, पर जे किते साहिब मनो ना विसरै ते सहला मरना होए। मौत भी इहो जी होवे कि मरदे होए रब याद आवे। अंत काल नारायण सिमरे, ऐसी चिंता मैं जे मरे। बदत लोचन ते नर मुक्ता, पितंबर वाका हृदय बसे। एक चीत जे एक छिन ध्यायो, मरदा होया कहना वाहिगुरू। मरदा होया कहना अजामल,
नारायण बचाओ, नारायण बचाओ। भावें कि साधु जुगती बना गए उहदे वास्ते। अजामल एक ब्राह्मण सी, इहदा पिता राजे दा दरबारी पंडित सीगा। पर जिस वेले गुरु प्यारिओ ये बच्चा जवान होया तो राजे ने इहदे पिता नूं रिटायर करके उहदे थां ते इहनूं रख लिया। ये वेद वेखदा, पत्रियां वेखदा, राजियां दा सुभाअ हुंदा उन्हां दे वास्ते। बचपन दे विच इह एक रिशी कोले पढ़न लाया सीगा। जिस रिशी कोले पढ़न जांदा सी तां गुरु प्यारिओ वो ऋषि ने इसनूं एक गल कही सी कि पुत्र तू फिरनी फिरनी आया कर ते विचालदी ना जाई बाजार दे। बचपन विच तां वो गल मनदा रहा, पर जदों जवानी च आ गया ना सोचे भी विचाले की है यार, मैनूं एवें रोकी जांदा। 20 साल हो गए, देखदे आ विचाले की है। बाजार दे विच दी हो गया। असल च बाजार दे विच बेसवावां दे कोठे सी, को सतनाम श्री। बस कुछ दिन उत्थों लंघदा रहा, गुरु की गल ना मन्नी ते फस गया बेसवा के चक्कर च। बेसवावां कोले जान लग पिया। बस फिर जिहड़ा ओह शुद्ध काम सीगा, वेदां नूं पढ़ना, राजे दा दरबारी कहाउणा, पंडित सीगा उन्हां दा। राजे नूं पता लग्या, उन्होंने समझाया भी देख पुत्त तेरी बनी हुई है, तेरे बापू की बनी हुई है, तेरे प्यो के सत्कार करके मैं तैनूं रखिया, पर तू आ काम छड्ड दे। उन्हें गल ना मन्नी राजे की। अखीर राजे नूं अक के उन्होंने देश निकाला देना पै गया भी तू निकल जा मेरे देश चो, हुण तू इत्थे रह नहीं सकदा। जिस वेसवा कोल जांदा सी, वो वेसवा नूं भी नाल लै गया। जंगल भी जाके बसिया। हुण उत्थे कोई आमदन नहीं, कोई खर्चा नहीं, कोई जानवरां नूं खांदे आ, मारदे आ, जो जंगल चों कखड़ियां मिलदा वो खांदे आ, कट्ठे रहिंदे आ। चलदियां कहंदे इन्हां दे 7 बच्चे हो गए। एक दिन इनू कोई ऋषि मिलिया, उम्र भी वड्डी हो गई, तो हुण इसनूं आउण वाला समा मौत का दिखाई देन लग्या भी हुण मेरा की बनूगा। तो एक दिन वो ऋषि नूं टकरिया तो उन्होंने कहन लग्या महाराज मेरा भला करो, मैं अपने गुरु की गल नहीं मन्नी तो ये करके मैथों गलती हो गई, तो हुण मेरा मुक्ति किवें होगी। साधु ने सारी कहानी सुनाई। साधु कहन लग्या तेरी मुक्ति नहीं हो सकती, बहुत मुश्किल है। हुण जे तैनूं मैं राम राम जपण नूं कहां तो इत्थों राम राम जपिया भी नहीं जाना। पर फिर भी रब दे प्यारिਆਂ कोले कोई ना कोई जुगती कढ ही लैंदे आ, बेअंतबंदी कोई ना कोई। ਜਦੋਂ ਬਹੁਤੀਆਂ ਮਿੰਟਾਂ ਕੀਤੀਆਂ ਤੇ ਉਹ ਕਹਿਣ ਲੱਗਿਆ ਫਿਰ ਐਂ ਕਰ, ਜਿਹੜਾ ਤੇਰਾ ਛੋਟਾ ਬੱਚਾ ਹੈ ਨਾ ਇਹਨੂੰ ਨਰੈਣ ਕਹਿ ਕੇ ਆਵਾਜ਼ਾਂ ਮਾਰਿਆ ਕਰ, ਇਹਦਾ ਨਾਮ ਨਰੈਣ ਰੱਖ ਲਾ ਅੱਜ ਤੋਂ। ਨਰੈਣ ਪਰਮੇਸ਼ਰ ਦਾ ਨਾਮ ਹੈ, ਇਹਦਾ ਨਾਮ ਨਰੈਣ ਰੱਖ ਲਾ, ਬਸ ਇਸ ਬਹਾਨੇ ਤੇਰੀ ਮੁਕਤੀ ਹੋ ਜੇ ਤਾਂ ਹੋ ਜੇ। ਕਹਿਣ ਲੱਗੇ ਚਲੋ ਠੀਕ ਆ। ਉਹਨੇ ਬੱਚੇ ਨੂੰ ਨਰੈਣ ਕਹਿ ਕੇ ਬੁਲਾਉਣਾ ਸ਼ੁਰੂ ਕੀਤਾ। ਜਦੋਂ ਉਹਦਾ ਆਖਰੀ ਸਮਾਂ ਆਇਆ ਤੇ आखिरी समा जब आया जमदूतां ने दिखाई दिती उन्होंने लैके जाने वास्ते, क्योंकि जिंदगी खराब ही कर ली उन्हें लगभग। तो जमदूत लैन आए तो इनू डराया, जो चक्कन लगे लिजान लगे कढ़न लगे तो इन्हें रौला पाता नरैण बचाओ नरैण बचाओ नरैण बचाओ। जमदूत कहते तो रब जप जाना यार है, आप गलती आ गए, धर्मराज ने गलत भेजता, इत्थे तो उन्होंने देवगण भेजने चाहिए सी, आपां नूं भेजता। कहो सतनाम चलो चल गए। जय साधु गोबिंद भजन कीर्तन नानक नीत ना हो ना तो न छुट्टा निकट ना जायो दूत। चलो चल गए, आपां आपे दूजियां नूं भेज देणगे। ये तो नरैण नरैण करी जांदा ते आपां गलती अपनी। कहंदे वो जमदूत चले गए। धर्मराज नूं कहंदे वो तां रब दा नाम जपी जांदा, नरैण नरैण करी जांदा। कहते अच्छा कोई साधु टक्कर गया होना उसनूं, काम तो उन्हें बहुत माड़े कीते सी, पर रब दे प्यारे उन्होंने उतार गए। जाओ देवगणों तुसीं लै जाओ उन्होंने। को सतनाम अंत काल नारायण सिमरे, ऐसी चिंता मैं जे मरे, बादत लोचन ते नर मुक्ता पीतंबर वाकर इहदे वसे। फिर वो अजामल जिहड़ा सीगा वो साधु की कृपा सदका रब दे प्यारिਆਂ की संगत करन करके कर्म होवे सतगुरु मिलाए, सेवा सुरत शब्द चित लाए, बहाना बनाता वो मुक्ति का। इस करके आओ आपां भी नानक नाम ध्याए सदा तो जमन मरण सवारने आ।
ਜਿੱਥੇ ਆਪਾਂ ਸੰਸਾਰੀ ਕੰਮ ਵੀ ਕਰਨੇ ਆ, ਕਿਰਤ ਕਰਨੀ ਆ, ਉੱਥੇ ਨਾਮ ਵੀ ਜਪਣਾ ਤੇ ਵੰਡ ਕੇ ਵੀ ਛਕਣਾ। ਗੁਰੂ ਕਿਰਪਾ ਕਰਨ ਆਪਣਾ ਵੀ ਮਰਨਾ ਸਵਾਰਿਆ ਜਾਵੇ ਤਾਂ ਜੰਮਣਾ ਵੀ ਸਵਾਰਿਆ ਗਿਆ। ਕੋਈ ਬੰਦਾ ਵਧੀਆ ਜੀਵਨ ਬਤੀਤ ਕਰਦਾ ਹੋਇਆ ਮਰਦਾ, ਦੁਨੀਆ ਯਾਦ ਕਰਦੀ ਆ, ਤੇ ਜਿਹੜੇ ਦੁਨੀਆ ਦੁੱਖ ਦੇ ਕੇ ਮਰਦੇ ਆ ਤੇ ਦੁਨੀਆ ਉਹਨਾਂ ਨੂੰ ਵੀ ਯਾਦ ਕਰਦੀ, ਕਹਿੰਦੇ ਚੰਗਾ ਹੋ ਗਿਆ ਮਗਰੋਂ ਲੱਥਾ, ਕੋਈ ਸਤਨਾਮ ਐਵੇਂ ਦੁੱਖ ਦਿੱਤਾ ਸੀਗਾ। ਇਸ ਕਰਕੇ ਨਹੀਂ, ਐ ਨਾ ਕਹਾਈਏ ਇੱਥੇ ਵੀ ਵਡਿਆਈ ਲਈਏ ਤੇ ਉੱਥੇ ਵਡਿਆਈ ਲਈਏ। ਚੰਗਾ ਜੀਵਨ ਬਤੀਤ ਕਰੀਏ, ਕਿਰਤ ਕਰੀਏ, ਨਾਮ ਜਪੀਏ, ਵੰਡ ਛਕੀਏ। ਅਗਲਾ ਸ਼ਬਦ ਆਰੰਭ ਹੁੰਦਾ ਹੈ, ਮਾਝ ਮਹੱਲਾ ਤੀਜਾ, ਮੇਰਾ ਪ੍ਰਭ ਨਿਰਮਲ ਅਗਮ ਅਪਾਰਾ, ਬਿਨ ਤੱਕੜੀ ਤੋਲੇ ਸੰਸਾਰਾ। ਜੱਜਮੈਂਟ ਕਰਨੀ, ਉਹਨੇ ਕੋਈ ਤੱਕੜੀ ਰੱਖਣੀ ਸਾਡੇ ਪਾਪਾਂ ਪੁੰਨਾਂ ਦੀ, ਉਹ ਤਾਂ ਬਿਨਾਂ ਤੱਕੜੀ ਤੋਂ ਜੱਜਮੈਂਟ ਕਰ ਲੈਂਦਾ। ਅੰਤਰਜਾਮੀ ਹੈ, ਦੇਖ ਰਿਹਾ ਸਾਨੂੰ ਕੀ ਕਰਦੇ ਆ ਕੀ ਨਹੀਂ ਕਰਦੇ। ਬਿਨ ਤੱਕੜੀ ਤੋਲੇ ਸੰਸਾਰਾ, ਗੁਰਮੁਖ ਹੋਵੇ ਸੋਈ ਬੂਝੈ, ਗੁਣ ਕਹੈ ਗੁਣੀ ਸਮਾਵਣਿਆ। ਇਹਨਾਂ ਗੱਲਾਂ ਨੂੰ ਬ੍ਰਹਮ ਗਿਆਨੀ ਗੁਰਮੁਖ ਹੀ ਸਮਝਦੇ ਆ। ਉਸ ਗੁਣੀ ਦੇ ਗੁਣ ਗਾਉਂਦੇ ਗਾਉਂਦੇ ਉਹਦੇ ਵਿੱਚ ਸਮਾ ਜਾਂਦੇ ਆ। ਕਿਵੇਂ ਸਮਾਉਂਦੇ ਆ, ਰਹਿੰਦੀ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।